ਸਤਨਾਮ ਵਾਹਿਗੁਰੂ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਈਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਈਐ। ਸਤਨਾਮ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਨੌਵਾਂ। ਅਬ ਮੈਂ ਕੌਨ ਉਪਾਉ ਕਰੂੰ, ਜੇ ਬਿਦ ਮਨ ਕੋ ਸੰਸਾਰ ਚੁਕੈ। ਪਉ ਨਿਧ ਪਾਰ ਪਰੂੰ, ਅਬ ਮੈਂ ਕੌਨ ਉਪਾਉ ਕਰੂੰ, ਜੇ ਬਿਦ ਮਨ ਕੋ ਸੰਸਾਰ ਚੁਕੈ। ਪਉ ਨਿਧ ਪਾਰ ਪਰੂੰ ਰਾਉ। ਜਨਮ ਪਾਏ ਕਛ ਪਲੋ ਨ ਕੀਨੋ, ਤਾਂ ਤੇ ਅਦਕ ਡਰੂੰ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜਹ ਜੀ ਸੋਚ ਤਰੂੰ। ਗੁਰਮਤਿ ਸੁਨ ਕਛ ਗਿਆਨ ਨ ਉਪਜਿਓ, ਪਸ ਜਿਉ ਉਦਰ ਪਰੂੰ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੋਂ ਪਤਿਤ ਤਰੂੰ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੋਂ ਪਤਿਤ ਤਰੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਅਨਮੋਲ ਬਚਨ ਸਤਿਗੁਰਾਂ ਦੀ ਮਿਹਰ ਨਾਲ ਵਿਚਾਰ ਰਹੇ ਹਾਂ। ਜੋ ਸਤਿਗੁਰਾਂ ਦਾ ਰੱਬੀ ਉਪਦੇਸ਼ ਹੈ, ਆਪਣੀ ਜ਼ਿੰਦਗੀ ਵਿੱਚ ਉਹਨੂੰ ਖੰਡਾਉਣ ਲਈ ਸਤਿਗੁਰੂ ਦਾ ਇੱਕ ਇੱਕ ਬਚਨ ਸੁਰਤੀ ਦੇ ਵਿਹੜੇ ਵਿੱਚ ਪ੍ਰਵੇਸ਼ ਕਰਕੇ ਸਦਾ ਲਈ ਟਿਕ ਜਾਵੇ। ਇਹੋ ਜਿਹੀ ਭਾਵਨਾ ਬਣਾ ਕੇ ਵੀ ਸਤਿਗੁਰੂ ਕੋਲੋਂ ਸਿੱਖਣਾ ਅਸੀਂ ਸਿੱਖਿਆਰਥੀ ਹਾਂ। ਉਹ ਗੁਰੂ ਦਾਤਾ ਨੇ ਆਪਣਾ ਮਨ ਨੀਵਾਂ ਕਰਕੇ ਉਹੋ ਜਿਹੀ ਭਾਵਨਾ ਬਣਾ ਕੇ ਸਤਿਗੁਰਾਂ ਦੇ ਬਚਨ ਸੁਣਾਈਏ, ਸਰਵਣ ਕਰੀਏ। ਧਨਾਸਰੀ ਰਾਗ ਵਿੱਚ ਅੱਜ ਦਾ ਜੋ ਬਚਨ ਹੈ, ਇਹਦੇ ਵਿੱਚ ਸਤਿਗੁਰੂ ਜੀ ਦਰਸਾ ਰਹੇ ਨੇ, ਜਦੋਂ ਮਨੁੱਖ ਨੂੰ ਆਪਣੇ ਔਗਣਾਂ ਨੂੰ ਵੇਖਣ ਦਾ ਮੌਕਾ ਮਿਲਦਾ ਤਾਂ ਉਹਦਾ ਅੰਦਰ ਨਿਮਰਤਾ ਗਰੀਬੀ ਵਿੱਚ ਚਲਾ ਜਾਂਦਾ ਹੈ। ਗਰੀਬੀ ਤੇ ਨਿਮਰਤਾ ਗੁਰੂ ਕੇ ਪਿਆਰਿਓ ਬਾਹਰੋਂ ਸਿੱਖੀ ਸਿਖਾਈ ਨਹੀਂ, ਇੱਥੇ ਕੰਮ ਆਉਂਦੀ ਰੱਬ ਦੇ ਰਾਹ 'ਚ। ਇਹ ਤਾਂ ਅੰਦਰੋਂ ਫੁੱਟੇ, ਅੰਦਰੋਂ ਨਿਕਲੇ। ਜਿਵੇਂ ਕੋਈ ਚੀਜ਼
ਬੂਟਾ ਪੈਦਾ ਹੁੰਦਾ ਹੈ। ਉਪਜੀ ਪ੍ਰੀਤ, ਅੰਦਰੋਂ ਪ੍ਰੀਤ ਉਪਜੇ, ਗਰੀਬੀ ਦੇ ਭਾਵ ਫੁੱਟਣ, ਸਤਿਗੁਰੂ ਜੀ ਉਹਦੀ ਬਾਤ ਪਾਉਂਦੇ ਨੇ। ਇੱਕ ਹੁੰਦਾ ਕਿਸੇ ਦੂਸਰੇ ਦੇ ਸਾਹਮਣੇ ਵੈਸੇ ਪਿਆਰ ਨਾਲ ਝੁਕਣਾ, ਥੋੜ੍ਹਾ ਨੀਵਾਂ ਰਹਿਣਾ, ਨੀਵਾਂ ਬੋਲਣਾ। ਹੋ ਸਕਦਾ ਉਹਦੇ ਮਗਰ ਕੇਵਲ ਦੂਸਰੇ ਤੋਂ ਬਚਣ ਲਈ ਜਾਂ ਪ੍ਰਭਾਵਿਤ ਕਰਨ ਲਈ, ਜਾਂ ਕੇਵਲ ਇੱਕ ਦੁਨੀਆ ਵਿੱਚ ਚੰਗੇ ਇਨਸਾਨ ਨੂੰ ਪੇਸ਼ ਕਰਨ ਲਈ ਇਹੋ ਜਿਹੇ ਸ਼ਬਦ ਘੜੇ ਜਾਣ। ਪਰ ਇਹ ਸਤਿਗੁਰੂ ਜੀ ਦੀਆਂ ਖੁਸ਼ੀਆਂ ਅਤੇ ਰੱਬ ਦੀਆਂ ਰਹਿਮਤਾਂ ਲੈਣ ਲਈ ਇਹ ਅੰਦਰ ਦੀ ਇੱਕ ਅਵਸਥਾ ਹੈ। ਜਦੋਂ ਸੱਚਮੁੱਚ ਅੰਦਰ ਨਿਮਦਾ ਹੈ, ਅੰਦਰ ਗੁਰੂ ਕੇ ਪਿਆਰਿਓ ਨਿਮਰਤਾ ਗਰੀਬੀ ਆਉਂਦੀ ਏ। ਪਹਿਲਾਂ ਤਾਂ ਆਪਾਂ ਸੰਗਤ ਵਿੱਚੋਂ ਸਿੱਖਦੇ ਹਾਂ ਨਾ ਵੀ ਆਪਾਂ ਨੀਵੇਂ ਰਹਿਣਾ ਹੈ। ਸਤਿਗੁਰੂ ਜੀ ਕੋਲ ਜਦੋਂ ਵੀ ਜਾਵਾਂਗੇ ਉਹ ਕਿਰਪਾ ਕਰਕੇ ਸੁਮੱਤ ਦਿੰਦੇ ਨੇ। ਆਸਾ ਦੀ ਵਾਰ ਸੁਣੀ ਦੀ ਏ ਅਤੇ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸਾਹਿਬਾਂ ਨੇ ਨਾ ਉਦਾਹਰਨ ਦਿੱਤੀ ਸਿਮਲ ਦੇ ਰੁੱਖ ਦੀ। ਕਹਿੰਦੇ ਦੇਖੋ ਸਿਮਲ ਦਾ ਰੁੱਖ ਉੱਚਾ ਵੀ ਹੈ, ਫੈਲਿਆ ਵੀ ਇਹ 4 ਚੁਫੇਰੇ, ਪਰ ਕਾਦਰ ਦੀ ਕੁਦਰਤ ਤੇ ਭਾਵੇਂ ਉਹ ਵੱਡਾ ਏ, ਚੁਫੇਰੇ ਵੀ ਫੈਲਿਆ ਏ, ਮੋਟਾ ਵੀ ਹੈ, ਪਰ ਜੇਕਰ ਉਹਨੂੰ ਵੇਖਿਆ ਜਾਵੇ ਉਹਦੇ ਫਲ ਬਹੁਤ ਫਿੱਕੇ ਹੁੰਦੇ, ਫੁੱਲ ਵੀ ਬੱਕ-ਬੱਕੇ ਅਤੇ ਪੱਤਰ ਵੀ ਕਿਸੇ ਕੰਮ ਨਹੀਂ ਆਉਂਦੇ। ਸਤਿਗੁਰੂ ਕਹਿੰਦੇ ਕਿਧਰੇ ਇਹੋ ਜਿਹਾ ਜੀਵਨ ਸਿਮਲ ਦੇ ਰੁੱਖ ਵਰਗਾ ਅਹੰਕਾਰ ਭਰਿਆ ਨਾ ਹੋਵੇ। ਦੁਨੀਆ ਦੀ ਨਿਗਾਹ ਵਿੱਚ ਤੁਸੀਂ ਵੱਡੇ ਹੋਵੋ, ਤੁਹਾਡਾ 4 ਚੁਫੇਰਾ ਵੀ ਸਤਿਕਾਰ ਨਾਲ ਭਰਿਆ ਹੋਵੇ। ਜਿਵੇਂ ਸਿਮਲ 4 ਚੁਫੇਰੇ ਫੈਲਦਾ, ਤੁਹਾਡੀ ਸ਼ੋਭਾ ਵੀ ਫੈਲੀ ਹੋਵੇ, ਤੁਸੀਂ ਉੱਚੇ ਦੁਨੀਆ ਨਾਲੋਂ ਉੱਚੇ ਤੋਂ ਭਾਵ ਹੁੰਦਾ ਹੈ, 4 ਕੌਡੀਆਂ ਵੱਧ ਹੋਣ, ਵਿੱਦਿਆ ਤੁਹਾਡੇ ਕੋਲ ਹੋਵੇ, ਤੁਸੀਂ ਦੂਸਰਿਆਂ ਨਾਲੋਂ ਕੁਝ ਉੱਚੇ ਹੋ, ਤੁਸੀਂ ਫੈਲੇ ਵੀ ਹੋ ਸਤਿਕਾਰ ਵਜੋਂ, ਪੈਸੇ ਪੱਖੋਂ, ਵਿੱਦਿਆ ਪੱਖੋਂ। ਕਹਿਣ ਲੱਗੇ ਪਰ ਇਹ ਸਾਰਾ ਕੁਝ ਲੈ ਕੇ ਕਿਧਰੇ ਸਿਮਲ ਰੁੱਖ ਵਾਂਗੂ ਨਾ ਅੰਦਰ ਖਿਆਲ ਆਣ ਵੀ ਮੈਂ ਉੱਚਾ, ਮੈਂ ਵੱਡਾ। ਸਤਿਗੁਰੂ ਜੀ ਕਹਿੰਦੇ ਨਹੀਂ, ਰੱਬ ਦੇ ਰਾਹ 'ਤੇ ਤਾਂ ਉਹਦੀਆਂ ਰਹਿਮਤਾਂ ਲੈਣ ਇਹ ਨਿਮਰਤਾ ਕੰਮ ਆਉਂਦੀ, ਨੀਵੇਂ ਹੋਈਏ। ਸਤਿਗੁਰੂ ਜੀ ਦੇ ਬਚਨ ਨੇ। ਸਾਹਿਬ ਕਹਿੰਦੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਆਤਮੁਚ, ਉਹੀ ਜ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ। ਸਿਮਲ ਕੋਲ ਪੰਛੀ ਆਉਣ, ਉਹਨਾਂ ਨੂੰ ਨਿਰਾਸ਼ ਮੁੜਨਾ ਪੈਂਦਾ ਹੈ। ਬਾਹਰੋਂ ਤਾਂ ਬਹੁਤ ਸੋਹਣਾ ਸੀ, ਫਲਾਂ ਨੂੰ ਵੇਖ ਕੇ ਆਏ ਫੁੱਲਾਂ ਨੂੰ, ਪਰ ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨਾ ਆਵੇਂ ਪਤ। ਜੇ ਬੰਦੇ ਕੋਲ ਪਿਆਰਿਓ ਕੋਈ ਦੂਸਰਾ ਆਦਮੀ ਆਵੇ ਆਸ ਕਰਕੇ ਵੀ ਇਹਦੇ ਕੋਲੋਂ ਕੋਈ ਪਿਆਰ ਮਿਲੇਗਾ, ਪਰ ਸਾਡੇ ਕੋਲੋਂ ਹੰਕਾਰ ਮਿਲੇ, ਈਰਖਾ ਮਿਲੇ, ਦਵੈਸ਼ ਮਿਲੇ, ਕਿਸੇ ਨੂੰ ਨੀਵਾਂ ਵਿਖਾਉਣ ਵਾਲੀ ਬਿਰਤੀ ਮਿਲੇ, ਕਿਸੇ ਦੇ ਹੱਕ ਨੂੰ ਅੱਖਾਂ ਤੋਂ ਪਰੇ ਕਰਨ ਦੇ ਖਿਆਲ ਮਿਲਣ, ਤੇ ਸਾਹਿਬ ਕਹਿੰਦੇ ਬੰਦੇ ਤੁਹਾਡੇ ਕੋਲ ਆ ਕੇ ਨਿਰਾਸ਼ ਮੁੜ ਗਏ, ਰੱਬ ਨੇ ਕਦੇ ਖੁਸ਼ ਨਹੀਂ ਹੋਣਾ। ਸਤਿਗੁਰੂ ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਸਾਰੀਆਂ ਚੰਗਿਆਈਆਂ ਨੂੰ ਇਕੱਠੀਆਂ ਕਰੀਏ ਨਾ ਅਤੇ ਜੋ ਬਣਦੀਆਂ ਨੇ ਗੁਰੂ ਕੇ ਪਿਆਰਿਓ, ਉਹ ਹੈ ਗਰੀਬੀ, ਨਿਮਰਤਾ, ਇਹ ਮਿਠਾਸ ਹੈ, ਇਹਦੇ ਵਿੱਚ ਮਿੱਠਾ ਭਾਅ ਨੇ। ਹਰ ਕਿਸੇ ਦਾ ਅੰਦਰ ਮੋਹਿਆ ਜਾਏਗਾ ਗੁਰੂ ਕੇ ਪਿਆਰਿਓ। ਜਦੋਂ ਨਾ ਸਤਿਗੁਰੂ ਸਿੱਧਾਂ ਅਤੇ ਜੋਗੀਆਂ ਨੂੰ ਮਿਲਦੇ ਅਤੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਹਰਲੀ ਉਮਰ ਵੇਖ ਕੇ ਮਹਾਰਾਜ ਜੀ ਨੂੰ ਬਾਲਾ ਕਹਿੰਦੇ, ਬਾਲਕਾ। ਸਤਿਗੁਰੂ ਜੀ ਨੂੰ ਸੰਬੋਧਨ ਹੁੰਦੇ ਬਾਲਾ ਕਹਿ ਕੇ, ਵੀ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲਿਆਈ ਏਡੀ ਉੱਚੀ ਜਗ੍ਹਾ 'ਤੇ। ਪਰ ਜਦੋਂ ਸਤਿਗੁਰੂ ਜੀ ਉਹਨਾਂ ਨੂੰ ਸੰਬੋਧਨ ਹੁੰਦੇ, ਜਵਾਬ ਦਿੰਦੇ, ਅਤੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਤੁਸੀਂ ਸਿੱਧੋ, ਜਾਂ ਉਹਨਾਂ ਦੇ ਸ਼ਬਦ ਨਾਵਾਂ ਨੂੰ ਵਿਗਾੜ ਕੇ ਅੱਧਾ ਕਰਕੇ, ਜਾਂ ਜਿਹਦੇ ਸਤਿਕਾਰ ਨਾ ਹੋਵੇ, ਨਹੀਂ ਬਾਬਾ ਬੋਲੇ ਨਾਥ ਜੀ, ਉਹਨਾਂ ਨੂੰ ਜੀ ਕਹਿੰਦੇ ਹਨ। ਨਿਮਰਤਾ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਦਿਖਾਈਏ ਵੀ ਕੈਸੀ ਚਾਹੀਦੀ ਹੈ। ਜਦੋਂ ਇਹ ਨਿਮਰਤਾ ਗਰੀਬੀ ਸਤਿਗੁਰਾਂ ਵਿੱਚ, ਜਦੋਂ ਵੀ ਦੇਖੋ ਨਾ ਜਪਜੀ ਸਾਹਿਬ ਦੇ ਬਚਨ ਪੜ੍ਹੀ ਦੇ ਨੇ, ਮਹਾਰਾਜ ਜੀ ਕੋਲੋਂ ਆਪਾਂ ਸਿੱਖਣਾ ਹੈ। ਸਤਿਗੁਰੂ ਜੀ ਜਦੋਂ ਤੇ ਜਪਣ ਵਾਲਿਆਂ ਦੀ ਗੱਲ ਕਰਦੇ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ,
असंख ग्रंथ मुख वेद पाठ असंख जोग मन रहे उदास। ਇਹ ਸਾਰਾ ਕੁਝ ਕਹਿ ਕੇ ਸਤਿਗੁਰੂ ਜੀ ਕੇਵਲ ਇੰਨਾ ਕਹਿੰਦੇ, ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਪਰ ਜਦੋਂ ਕਹਿਣ ਲੱਗੇ ਉਸ ਨਿਰੰਕਾਰ ਦੀ ਰਚਨਾ ਵਿੱਚ ਅਸੰਖਾਂ ਮੂਰਖ ਵੀ ਨੇ। ਜਦੋਂ ਤੇ ਜਪਣ ਵਾਲਿਆਂ ਦੀ ਗੱਲ ਕੀਤੀ, ਸਾਹਿਬਾਂ ਨੇ ਕੁਦਰਤ ਤੇ ਕਾਦਰ ਤੋਂ ਬਲਿਹਾਰ ਖੋਏ ਸਿੱਧਾ। ਪਰ ਜਦੋਂ ਦੱਸਿਆ ਵੀ ਦੁਨੀਆ ਵਿੱਚ ਅਸੰਖਾਂ ਮੂਰਖ ਵੀ ਨੇ, ਜਿਹੜੇ ਅੰਨੇ ਖੂਹ 'ਚ ਪੈ ਕੇ ਮਾੜੇ ਕਰਮ ਕਰਦੇ, ਚੋਰੀਆਂ ਕਰਦੇ, ਹਰਾਮ ਖੋਰੀਆਂ ਕਰਦੇ, ਧਾੜਵੀ ਖਾਨ, ਉਹਨਾਂ ਨੂੰ ਇਹਨਾਂ ਵੀ ਕਹਿ ਕੇ ਨਾ ਸਤਿਗੁਰੂ ਜੀ ਇੱਕਦਮ ਕਹਿੰਦੇ, ਨਾਨਕ ਨੀਚ ਕਹੇ ਵਿਚਾਰ। ਪੂਰਾ ਸ਼ਬਦ ਆਪਾਂ ਜਾਣਦੇ ਹਾਂ, ਅਸੰਖ ਮੂਰਖ ਅੰਧਖੋਰ, असंख चोर हराम खोर, असंख अमर कर जाहें जोर, असंख गालवड़ हत्या कमाए, असंख पापी पाप कर जाएं, असंख कूड़ियार कूड़े फिराहें, असंख मलेश मल पाखाएं, असंख निंदक सिर करें पार। ये कह के एकदम नानक नीच कहे विचार। अपने आप ਨੂੰ खड़ा कर लिया भी मैं नीवा खो के ये गल कर रहा वां। ਜਦੋਂ ਆਪਾਂ ਕਿਸੇ ਦੀ ਔਗਣ ਵੇਖੀਏ ਤੇ ਸਾਡਾ ਹੰਕਾਰ ਵੱਡਾ ਹੁੰਦਾ ਵੇਖਿਆ, ਦੂਸਰੇ ਤੇ ਐਵੇਂ ਹੀ ਨੇ ਸਾਡੇ, ਉਹ ਵੇਖ ਕੇ ਅਸੀਂ ਹੋਰ ਹੰਕਾਰ 'ਚ ਭਰਦੇ ਹਾਂ। ਬਾਬਾ ਫਰੀਦ ਸਾਹਿਬ ਕਹਿੰਦੇ, ਕਿਸੇ ਦੀ ਔਗਣ ਵੇਖ ਕੇ ਤੁਸੀਂ ਨਿਮਰਤਾ ਤੇ ਗਰੀਬੀ ਵਿੱਚ ਜਾਓ, ਨਿਰੰਕਾਰ ਮੈਨੂੰ ਤੇ ਨਾ ਪਾਪਾਂ ਤੋਂ ਬਚਾ ਲਿਆ। ਜੇ ਮੇਰੇ ਵਿੱਚ ਵੀ ਇਹ ਔਗਣ ਹੁੰਦੇ, ਜਿਵੇਂ ਇਹ ਦੁੱਖ ਭੋਗਦੇ ਨੇ ਮੈਂ ਵੀ ਇਹ ਭੋਗਣਾ ਸੀ, ਉਹਦਾ ਸ਼ੁਕਰ ਨਿਕਲੇ। ਅੰਦਰੋਂ ਹੋਰ ਅੰਦਰ ਨੀਵਾਂ ਖੋਵੇ, ਕਿਸੇ ਦੇ ਔਗਣ ਵੇਖ ਕੇ ਗੁਣ ਵੇਖੀਏ ਤੇ ਤਾਂ ਵੀ ਨੀਵਾਂ ਖੋਵੇ ਅੰਦਰ। ਹੇ ਨਿਰੰਕਾਰ, ਇਹ ਜਿਹੜੇ ਇਹਨਾਂ ਕੁਲ ਤਨ ਦੌਲਤ ਗੁਣ ਨੇ, ਇਹ ਮੇਰੀ ਝੋਲੀ ਵੀ ਪਾ, ਗਰੀਬ ਹੋ ਕੇ ਮੰਗੀਏ। ਜੋਗੀ ਆਏ ਗੁਰੂ ਅੰਗਦ ਸਾਹਿਬ ਪਿਤਾ ਕੋਲ ਆ ਕੇ ਇੱਕ ਸਵਾਲ ਕਰਤੇ ਨੇ, ਬਾਬਾ ਕੀ ਕਾਰਨ? ਧੰਨ ਗੁਰੂ ਨਾਨਕ ਸਾਹਿਬ ਨੇ ਸਾਰੀ ਸ੍ਰਿਸ਼ਟੀ ਨੂੰ ਚਰਨਾਂ ਵਿੱਚ ਝੁਕਾ ਲਿਆ, ਸਾਰੀ ਸ੍ਰਿਸ਼ਟੀ ਝੁਕੀਏ, ਪਰ ਤੇਰੇ ਕੋਲ ਕਿਹੜਾ ਗੁਣ ਹੈ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਚਰਨਾਂ ਵਿੱਚ ਝੁਕ ਗਏ? ਬਾਬਰ ਵੀ ਆਪ ਝੁਕ ਗਿਆ, ਝੁਕਾਉਂਦਾ ਝੁਕਾਉਂਦਾ, ਜੋਗੀ ਝੁਕ ਗਏ, ਬਨਾਰਸ ਦੇ ਵਿਦਵਾਨ ਝੁਕ ਗਏ, ਬੜੇ ਬੜੇ ਵੱਡੇ ਅਮੀਰ ਤੇ ਡਾਕੂ ਝੁਕ ਗਏ, ਪਰ ਤੁਹਾਡੇ ਕੋਲ ਕਿਹੜਾ ਗੁਣ ਸੀ? ਤੇ ਗੁਰੂ ਅੰਗਦ ਸਾਹਿਬ ਪਿਤਾ ਜੀ ਨੇ ਸਮਝਾਇਆ, ਸਿੱਧ ਜੀਓ, ਜੋਗਿਓ, ਸਤਿਗੁਰੂ ਜੀ ਮੇਰੇ ਕੋਲ ਗੁਣ ਕੋਈ ਨਹੀਂ, ਉਹ ਤਾਂ ਨਹੀਂ ਚੁੱਕੇ। ਨਹੀਂ, ਤੁਸੀਂ ਗਲਤ ਸਮਝ ਗਏ ਹੋ। ਇਹ ਤਾਂ ਇਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਗਲਤ ਤਰੀਕੇ ਨਾਲ। ਇਹ ਤਾਂ ਜਿਵੇਂ ਕੋਈ ਕੀੜਾ ਕਿਧਰੇ ਮਿੱਟੀ ਤੇ ਚਿੱਕੜ 'ਚ ਫਸ ਗਿਆ ਹੋਵੇ, ਰੁਲਦਾ, ਬਾਹਰ ਨਿਕਲਣਾ ਚਾਹਵੇ, ਉਹਦੇ ਤੋਂ ਨਿਕਲਿਆ ਨਾ ਜਾਵੇ। ਅਚਾਨਕ ਕੋਈ ਰਹਿਮ ਦਿਲ ਇਨਸਾਨ ਆਇਆ, ਉਹ ਝੁਕਦਾ ਏ ਤੇ ਚੁੱਕ ਕੇ ਉਸ ਕੀੜੇ ਨੂੰ ਉੱਚੀ ਜਗ੍ਹਾ 'ਤੇ ਬਿਠਾਵੇ। ਇਹਦੇ 'ਚ ਕੀੜੇ ਦੀ ਕਾਹਦੀ ਵਡਿਆਈ ਏ? ਇਹ ਤਾਂ ਕਹਿਣ ਲੱਗੇ ਸਤਿਗੁਰੂ ਦਾ ਤਰਸ ਏ, ਉਹ ਮਾੜਿਆਂ ਨੂੰ ਵੇਖ ਕੇ ਝੁਕ ਕੇ ਤੇ ਉਹ ਤਖਤਾਂ 'ਤੇ ਬਿਠਾਉਂਦੇ ਨੇ। ਸਿੱਧ ਕਹਿਣ ਲੱਗੇ ਕਮਾਲ ਦੀ ਖੇਡ, ਇਤਨੀ ਗਰੀਬੀ ਨਿਮਰਤਾ। ਕਹਿਣ ਲੱਗੇ ਸੀ ਤੁਹਾਨੂੰ ਕੁਛ ਦੇਣਾ ਚਾਹੁੰਦੇ ਹਾਂ, ਮੰਗੋ ਕੀ ਮੰਗਦੇ ਹੋ? ਹੁਣ ਸਮਰੱਥ ਗੁਰੂ ਰੱਬ ਨੂੰ ਕਹਿਣਾ ਮੰਗੋ, ਪਰ ਉਹਨਾਂ ਦੀ ਜਿਤਨੀ ਮੱਤ ਸੀ, ਹੰਕਾਰ 'ਚੋਂ ਫਿਰ ਵੀ ਬੋਲ ਰਹੇ ਨੇ ਮੰਗੋ। ਕਹਿਣ ਲੱਗੇ ਸਭ ਕੁਛ ਨਿਰੰਕਾਰ ਨਹੀਂ ਦਿੱਤਾ, ਕੀ ਮੰਗੀਏ? ਕਹਿਣ ਲੱਗੇ ਨਹੀਂ, ਸਿੱਧਾਂ ਨੇ ਬਚਨ ਕੀਤਾ ਕੁਛ ਮੰਗੋ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਭਾਈ ਫਿਰ ਗਰੀਬੀ ਦੀ ਦਾਤ ਬਖਸ਼ਿਸ਼ ਕਰ ਦਿਓ। ਗਰੀਬੀ ਸੁਣ ਕੇ ਹੈਰਾਨ, ਕਹਿਣ ਲੱਗੇ ਜੇ ਨਿਰੰਕਾਰ ਦੀ ਸਾਰੀ ਗਰੀਬੀ ਨੂੰ ਇੱਕ ਸ਼ੇਰ ਨਾਲ ਤੁਲਨਾ ਕਰਨੀ ਹੋਵੇ ਤੇ 3 ਭਾਗ ਕੱਲੇ ਗੁਰੂ ਨਾਨਕ ਸਾਹਿਬ ਦੇ ਘਰ ਗਰੀਬੀ ਤੇ ਨਿਮਰਤਾ ਏ, 1 ਪਾਈਆ ਉਹ ਸਾਰੇ ਸੰਸਾਰ ਕੋਲ ਹੋਏਗੀ। ਮਤਲਬ ਸੀ ਇਸ ਘਰ ਵਿੱਚ ਤਾਂ ਅੰਤਾਂ ਦੀ ਗਰੀਬੀ ਤੇ ਨਿਮਰਤਾ ਪਹਿਲਾਂ ਹੀ ਹੈ, ਉਹ ਤੁਸੀਂ ਮੰਗ ਰਹੇ ਹੋ, ਉਹਨਾਂ ਦਾ ਸਿਰ ਝੁਕ ਜਾਂਦਾ ਹੈ। ਮੇਰੇ ਕਹਿਣ ਤੋਂ ਮਹਾਰਾਜ ਜੀ ਬਾਬਾ ਦਾਤੂ ਜੀ ਗੁਰੂ ਅਮਰਦਾਸ ਪਿਤਾ ਜੀ ਨੂੰ ਲੱਤ ਮਾਰਦੇ ਨੇ, ਤੇ ਗੁਰੂ ਅਮਰਦਾਸ ਪਿਤਾ ਸ਼ਰਾਪ ਨਹੀਂ ਦਿੰਦੇ, ਉਹਨਾਂ ਦੇ ਚਰਨ ਘੁੱਟ ਕੇ ਕਹਿੰਦੇ ਨੇ, ਜੀਓ ਤੁਹਾਡੇ ਚਰਨ ਕੋਮਲ ਨੇ, ਸਾਡਾ ਸਰੀਰ ਵਡੇਰਾ, ਇੱਕ ਸੇਵਾ ਕਰ ਕਰਕੇ ਕਰੜਾ ਜਿਹਾ ਖੋਇਆ ਹੈ, ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ, ਉਹ ਘੁੱਟਣ ਲੱਗ ਪਏ। ਪਿਆਰਿਓ,
ਕਹਿਣਾ ਸੌਖਾ ਈ, ਜੋ ਤੈ ਮਾਰਨ ਮੁਕੀਆਂ ਫਰੀਦਾ, ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਕੁਮ, ਆਪਨੜੇ ਕਰ ਜਾਹੀਏ ਪੈਰ ਤਿਨਾਂ ਦੇ ਚੁੰਮ। ਗੁਰੂ ਅਮਰਦਾਸ ਪਿਤਾ ਜੀ ਨਿਮ ਗਏ, ਸਾਡੇ ਲਈ ਪੂਰ ਨਹੀਂ ਪਾ ਰਹੇ ਨੇ। ਜੇ ਬਾਬਾ ਸ੍ਰੀ ਚੰਦ ਜੀ ਪੁੱਛਦੇ ਨੇ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀਓ ਤੁਹਾਡਾ ਇੰਨਾ ਤਾੜਾ ਲੰਬਾ ਕਿਉਂ ਹੈ? ਕਹਿਣ ਲੱਗੇ ਤੁਹਾਡੇ ਵਰਗੇ ਗੁਰਮੁਖਾਂ ਦੀ ਚਰਨ ਝਾੜਨ ਲਈ ਨਾਲ ਹੀ ਉਹਨਾਂ ਦੇ ਦਾੜੇ ਨਾਲ ਚਰਨ ਝਾੜਨ ਲੱਗ ਪਏ। ਮੇਰੇ ਕਹਿਣ ਤੋਂ ਮੁਰਾਦ ਸੰਗਤ ਵਿੱਚੋਂ ਜਦੋਂ ਅਸੀਂ ਇਤਿਹਾਸ ਸੁਣਦੇ ਹਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਸੁਣਦੇ ਹਾਂ, ਸਾਡਾ ਅੰਦਰ ਬਦੋ ਬਦੀ ਨਿਮਰਤਾ ਅਤੇ ਗਰੀਬੀ ਵੱਲ ਜਾਂਦਾ ਹੈ। ਅਸੀਂ ਕਿਉਂ ਝੱਟ ਨਿੱਕੀ ਜੀ ਗੱਲ 'ਤੇ ਬਦਲੇ ਦੀ ਭਾਵਨਾ ਰੱਖਦੇ ਹਾਂ? ਕਿਉਂ ਅਗਲੇ ਦੀ ਗੱਲ ਸੁਣ ਕੇ ਚਾਹੁੰਦੇ ਹਾਂ ਇਹਨੂੰ ਮਾਰ ਹੀ ਸੱਟੀਏ, ਇਹ ਮੁੜ ਕੇ ਇਹਨੂੰ ਵੇਖੀਏ ਨਾ। ਸਤਿਗੁਰੂ ਕਹਿੰਦੇ ਜੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਨਿਮਰਤਾ ਗਰੀਬੀ ਵਿੱਚ ਆ। ਇੱਕ ਬਚਨ ਨਾ ਸਤਿਗੁਰਾਂ ਨੇ ਬਹੁਤ ਸੋਹਣਾ ਦੋ ਤੁਲਨਾ ਕੀਤੀ ਹੈ। ਕਹਿੰਦੇ ਜਿਹੜੀ ਗਰੀਬੀ ਅਤੇ ਨਿਮਰਤਾ ਜਦੋਂ ਇਸ ਤਰ੍ਹਾਂ ਹੈ, ਜਿਵੇਂ ਨਾ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਧਰਤੀ 'ਤੇ ਘਾਹ ਵਿਛਿਆ ਹੁੰਦਾ, ਤਰੇਲ ਪਈ ਹੋਵੇ ਅਤੇ ਉਹ ਤਰੇਲ ਦੇ ਮੋਤੀ ਜੇ ਘਾਹ ਨਾਲ ਜੁੜੇ ਬਾਹਲੇ ਸੋਹਣੇ ਲੱਗਦੇ ਨੇ। ਕਹਿੰਦੇ ਜੇ ਤੁਹਾਡਾ ਅੰਦਰ ਗਰੀਬੀ ਅਤੇ ਨਿਮਰਤਾ 'ਚ ਰਹੇਗਾ, ਉਹ ਅੰਮ੍ਰਿਤ ਵੇਲੇ ਦੀ ਤਰੇਲ ਵਾਂਗੂ ਤੁਹਾਡੇ ਸੁਰਤੀ, ਤੁਹਾਡਾ ਚਿਹਰਾ ਸਦਾ ਖਿੜਿਆ ਰਹੇਗਾ। ਉਹ ਘਾਹ ਨੀਵਾਂ ਸੀ, ਉਹਦੇ 'ਤੇ ਜਿਵੇਂ ਤਰੇਲ ਪਈ, ਤੁਸੀਂ ਨੀਵੇਂ ਹੋਵੋ, ਗੁਰੂ ਨਾਨਕ ਸਾਹਿਬ ਦੀ ਰਹਿਮਤਾਂ ਦੀ ਤਰੇਲ ਤੁਹਾਡੇ 'ਤੇ ਪਵੇਗੀ। ਤੁਹਾਡੀ ਸੁਰਤੀ ਭਿੱਜੀ ਭਿੱਜੀ ਪਿਆਰਾਂ ਵਿੱਚ ਰਹੇਗੀ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਪਰ ਇਹਦੇ ਦੂਜੇ ਪਾਸੇ ਕਹਿੰਦੇ ਇੱਲ ਜਿਹੜੀ ਹੈ ਨਾ ਬਹੁਤ ਉੱਚੀ ਉੱਡਦੀ ਏ, ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨ ਰਾਏ। ਕਹਿੰਦੇ ਜਿਹੜੀ ਇੱਲ ਹੈ ਨਾ ਉੱਚੀ ਚੜ੍ਹ ਗਈ ਕਿਤਨਾ ਵੇਖਣ ਨੂੰ। ਉਹਦਾ ਜਦੋਂ ਥੱਲੇ ਧਿਆਨ ਪਿਆ, ਕਿਧਰੇ ਪਾਣੀ ਹੈ, ਕਿਧਰੇ ਪਰਬਤ ਨੇ, ਸੋਹਣੀ ਸੋਹਣੀ ਬਨਾਸਪਤੀ ਹੈ, ਘਰ ਨੇ। ਇੱਲ ਉੱਚੀ ਏ, ਰਸਤੇ ਵਿੱਚ ਥੱਲੇ ਪਾਣੀ ਸੋਹਣਾ, ਬਨਾਸਪਤੀ ਸੋਹਣੀ, ਪਰਬਤਾਂ ਨੂੰ ਨਹੀਂ ਵੇਂਦੀ। ਜਿੱਥੇ ਡਿੱਠਾ ਮਿਰਤ ਕੋ ਇੱਲ ਬਖੇਠੀ ਆਏ। ਧਰਤੀ 'ਤੇ ਕਿਧਰੇ ਮੁਰਦਾ ਪਿਆ ਹੋਵੇ ਨਾ, ਕੋਈ ਡੰਗਰ ਮਰਿਆ, ਇੱਕਦਮ ਉੱਪਰੋਂ ਡਿੱਗਦੀ ਆ ਕੇ ਥੱਲੇ, ਕਿਉਂਕਿ ਉਹਦਾ ਸੋਚ, ਉਹਦਾ ਧਿਆਨ ਕਿਸੇ ਮੁਰਦੇ 'ਤੇ ਵੇ। ਸਤਿਗੁਰੂ ਕਹਿੰਦੇ ਕਈ ਵਾਰ ਬੰਦਾ ਬਾਹਰੋਂ ਬਹੁਤ ਉੱਚਾ ਚੜ੍ਹ ਜਾਂਦਾ ਹੈ, ਉਹਨੂੰ ਰੱਬ ਸ਼ੋਹਰਤ ਵੀ ਦਿੰਦਾ, ਪੈਸਾ ਵੀ ਦਿੰਦਾ, ਬਾਲ ਬੱਚੇ ਵੀ ਚੰਗੇ ਦਿੰਦਾ ਹੈ, ਉੱਚਾ ਚੜ੍ਹ ਕੇ, ਪਰ ਉਹਦੀ ਸੋਚ ਉਸ ਇੱਲ ਵਰਗੀ ਹੁੰਦੀ ਹੈ ਜਿਹੜੀ ਕਿ ਮੁਰਦਾਰ ਖਾਣ ਵਾਲੀ। ਕਿਸੇ ਦੇ ਗੁਰੂ ਕੇ ਪਿਆਰਿਓ ਮਨੁੱਖਤਾ ਨੂੰ ਜਿਹਦੇ ਨਾਲ ਦੁੱਖ ਮਿਲੇ, ਕਿਸੇ ਦਾ ਹੱਕ ਖੋਹਣਾ, ਕਿਸੇ ਨੂੰ ਮਾੜੀ ਸੋਚ ਨਾਲ ਤੱਕਣਾ, ਸਤਿਗੁਰੂ ਕਹਿੰਦੇ ਭੁੱਲ ਕੇ ਵੀ ਨਹੀਂ। ਐਸਾ ਕਦੇ ਨਾ ਕਰੀਏ, ਪੂਰਾ ਧਿਆਨ ਆਪਣੇ ਗੁਨਾਹਾਂ ਵੱਲ ਕਰੀਏ। ਇਹ ਪਹਿਲਾਂ ਬਾਹਰੋਂ ਕੇਵਲ ਵੇਖੀਏ, ਪਰ ਸਤਿਗੁਰੂ ਕਹਿੰਦੇ ਜੇ ਸੱਚਮੁੱਚ ਬੰਦਗੀ ਕਰਾਂਗੇ, ਧਿਆਨ ਵਿੱਚ ਬੈਠਾਂਗੇ, ਸਿਮਰਨ 'ਚ ਬੈਠਾਂਗੇ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਔਗਣ ਦਿਖਾਉਂਦੇ ਨੇ। ਇੱਕ ਤੇ ਨਾ ਔਗਣ ਖਿਆਲ ਆਉਣੋਂ ਨਹੀਂ ਰੋਕਦੇ, ਇੱਕ ਫਿਰ ਸੱਚਮੁੱਚ ਅਹਿਸਾਸ ਹੋਣਾ ਵੀ ਸਾਡੇ ਕੋਲ ਵਾਕਿਆ ਹੀ ਆਹ ਮੇਰੇ ਅੰਦਰ ਔਗਣ ਨੇ, ਜਿਹੜੇ ਪਹਿਲਾਂ ਦੂਜਿਆਂ ਨੂੰ ਤੇ ਕੀ ਦਿਸਣੇ ਸੀ, ਖੁਦ ਨੂੰ ਨਹੀਂ ਸੀ ਦਿਸਦੇ। ਹੁਣ ਪਤਾ ਆਹ ਦੇਖੋ ਫੁਰਨਾ, ਨਾ ਮੈਂ ਕਾਮ ਤੋਂ ਬਚਿਆ, ਨਾ ਕ੍ਰੋਧ ਤੋਂ ਬਚਿਆ। ਉਸੇ ਤਰ੍ਹਾਂ ਲਾਲਚ ਵੀ ਮੇਰੇ ਅੰਦਰ ਤਰੰਗਾਂ ਉੱਠਦੀਆਂ, ਈਰਖਾ ਹੈ, ਦਵੈਸ਼ ਹੈ। ਫਿਰ ਅੰਦਰੋਂ ਇਹ ਸ਼ਬਦ ਨਿਕਲਦੇ ਜਿਹੜੇ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਸਾਡੇ ਸਾਹਮਣੇ ਰੱਖੇ ਨੇ। ਅਬ ਮੈਂ ਕੌਣ ਭਾਉ ਕਰੂੰ, ਹੁਣ ਕੀ ਕਰਾਂ ਮੇਰਿਆ ਦਾਤਿਆ। ਇਹ ਅੰਦਰੋਂ ਫੁੱਟੀ ਅਰਦਾਸ, ਇਹ ਅਰਦਾਸ ਹੈ ਉਹਦੇ ਸਾਹਮਣੇ ਖਲੋਂਦੀ ਸੁਰਤੀ, ਜਦੋਂ ਅੰਦਰੋਂ ਉਹਦੇ ਸਨਮੁਖ ਹੁੰਦੀ, ਬੇਨਤੀ ਕਰਦੀ ਅਬ ਮੈਂ ਕੌਣ ਭਾਉ ਕਰੂੰ। ਜੇ ਬਿਦ ਮਨ ਕੋ ਸੰਸਾ ਚੁਕੈ, ਭਉ ਨਿਧ ਪਾਰ ਪਰੋਂ। ਆ ਜਿਹੜਾ ਭਵ ਸਾਗਰ ਹੈ ਜਿਹਦੇ 'ਚ ਹਮੇਸ਼ਾ ਡਰ ਹੈ, ਮੈਂ ਕਿਹੜੀ ਵਿਧੀ ਅਪਣਾਵਾਂ ਮੇਰੇ ਮਨ ਦਾ ਸ਼ੰਕਾ ਦੂਰ ਹੋਵੇ। ਕਿਉਂਕਿ ਬਾਹਰੋਂ ਮੈਂ
ਜਾਪਦਾ ਮੈਂ ਜੁੜਿਆ ਅੰਦਰ ਮੇਰੇ ਇਹ ਸਾਰਾ ਕੁਝ ਉਹ ਹੀ ਏ ਜਿਹੜੇ ਆਮ ਲੋਕਾਂ ਜਦੋਂ ਨਾ ਸੱਚਮੁੱਚ ਤੁਰੀਏ ਫਿਰ ਇਹ ਨਹੀਂ ਦਿਸਦਾ ਵੀ ਦੂਸਰੇ ਲੋਕ ਮਾੜੇ, ਫਿਰ ਤੇ ਰੱਬ ਇਹ ਦਿਖਾਉਂਦਾ ਏ ਜਿਨ੍ਹਾਂ ਨੂੰ ਮਾੜੇ ਵੀ ਕਹਿ ਰਹੇ ਆ ਉਹਨਾਂ 'ਚ ਕਈ ਗੁਣ ਸਾਡੇ ਨਾਲ ਚੰਗੇ ਨੇ, ਫਿਰ ਉਹਨਾਂ ਦੇ ਗੁਣ ਦਿਸਦੇ ਨੇ ਮਾੜਿਆਂ ਦੇ ਵੀ, ਜਿਹੜੇ ਕਿ ਬਾਹਰੋਂ ਮਾੜੇ ਕਰਮ ਕਰਦੇ ਇੱਦਾਂ ਦੀ ਸਿਆਣੀ ਗੱਲ ਕਰਨਗੇ ਸੋਹਣੀ, ਅੰਦਰੇ ਅੰਦਰ ਹੀ ਸ਼ਰਮ ਨਾਲ ਮਰ ਜਾਈਦਾ ਭਈ ਇਹਦੀ ਸੋਚ ਕਿੰਨੀ ਉੱਚੀ ਤੇ ਮੈਂ ਉਹਦੇ ਲਈ ਕੀ ਸੋਚ ਰਿਹਾ ਸਾਂ। ਫਿਰ ਅੰਦਰ ਨਿਮਦਾ ਹੈ, ਉਹ ਪਰਮੇਸ਼ਰ ਆਪ ਸਬੱਬ ਬਣਾਉਂਦੇ ਨੇ। ਸਾਹਿਬ ਕਹਿੰਦੇ ਆਪ ਹੀ ਫਿਰ ਸਾਡੇ ਅੰਦਰ ਦੀ ਗੱਲ ਕਰਦੇ ਨੇ ਨਾ, ਕਹਿੰਦੇ ਜਨਮ ਪਾਏ ਕਛ ਭਲੋ ਨਾ ਕੀਨੋ। ਪਹਿਲਾਂ ਤੇ ਦਾਅਵੇ ਬੜੇ ਸਨ ਵੀ ਮੈਂ ਤੇ ਭਲਾ ਹੀ ਬੜਾ ਕਰਦਾ, ਫਿਰ ਵੀ ਰੱਬ ਪਤਾ ਨਹੀਂ ਮੇਰੇ ਨਾਲ ਕਿਉਂ ਇਸ ਤਰ੍ਹਾਂ ਕਰਦਾ। ਮੈਂ ਮੰਗੇ ਸੀ ਪੁੱਤਰ ਉਹਨੇ ਦੇ ਦਿੱਤੀ ਧੀ, ਮੈਂ ਮੰਗੀ ਸੀ ਧੀ ਦੇ ਉਹਨੇ ਇੱਕ ਵੀ ਨਹੀਂ ਬੱਚਾ ਦਿੱਤਾ। ਪਹਿਲਾਂ ਤੇ ਗਿਲੇ ਤੇ ਸ਼ਿਕਵੇ ਸੀ ਨਾ ਵੀ ਮੈਂ ਤੇ ਦੇਖੋ ਭਲੇ ਕੰਮ ਕਰਦਾ ਫਿਰ ਵੀ ਕਾਰੋਬਾਰ ਘਟਦਾ ਹੀ ਜਾ ਰਿਹਾ ਹੈ, ਮੈਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਫਿਰ ਵੀ ਦੇਖੋ ਮੈਨੂੰ ਲੋਕੀ ਇਸ ਤਰ੍ਹਾਂ ਮੇਰਾ ਨਿਰਾਦਰ ਕਿਉਂ ਕਰਦੇ ਨੇ, ਆਏ ਦਿਨ ਮੈਨੂੰ ਕੋਈ ਨਾ ਕੋਈ ਮੁਸ਼ਕਲ ਖੜੀ ਹੁੰਦੀ ਏ। ਪਹਿਲਾਂ ਗਿਲੇ ਤੇ ਸ਼ਿਕਵੇ ਨੇ ਕਿਉਂਕਿ ਅਜੇ ਅੰਦਰ ਜੁੜਿਆ ਹੀ ਨਹੀਂ ਸ਼ਬਦ ਨਾਲ, ਅਜੇ ਬਾਹਰੋਂ ਜੁੜੇ ਹਾਂ। ਜਦੋਂ ਕੋਈ ਜੁੜੇਗਾ ਫਿਰ ਦਿਸੇਗਾ ਮੈਂ ਜਨਮ ਲੈ ਕੇ ਭਲਾ ਕੰਮ ਨਹੀਂ ਕੀਤਾ, ਮੈਂ ਤਾਂ ਡਰਦਾ ਹਾਂ, ਨਹੀਂ ਤੇ ਬੰਦਗੀ ਵਾਲੇ ਨੂੰ ਕਾਹਦਾ ਡਰ। ਸਤਿਗੁਰੂ ਕਹਿੰਦੇ ਇੱਕ ਪਹਿਲਾ ਡਰ ਸੀ ਹੋਰ, ਹੁਣ ਇਹ ਭਈ ਜੇ ਇਸ ਅੰਦਰ ਨੂੰ ਪਵਿੱਤਰ ਨਾ ਕੀਤਾ ਤੇ ਰੱਬ ਨੇ ਅੰਦਰ ਆਉਣਾ ਨਹੀਂ ਤੇ ਮੇਰਾ ਜਨਮ ਸਫਲਾ ਨਹੀਂ ਹੋਣਾ। ਹੁਣ ਅੰਦਰਲੀ ਮੈਲ ਦਿਸਦੀ ਏ, ਮਨ ਬਚ ਕਰਮ ਨਹੀਂ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜਹ ਜੀ ਸੋਚ ਤਰੋਂ। ਹੁਣ ਸੋਚ ਲੱਗੀ ਰਹਿੰਦੀ, ਮੈਨੂੰ ਹੁਕਮ ਤੇ ਸੀ ਮਨ ਕਰਕੇ ਵੀ ਗਾ, ਬਚਨਾਂ ਕਰਕੇ ਵੀ ਗਾ, ਕਰਮਾਂ ਵਿੱਚ ਵੀ ਰੱਬ ਦੇ ਗੁਣ ਖੋਣ, ਪਰ ਤਿੰਨਾਂ ਵਿੱਚ ਹੀ ਮੇਰੇ ਤੇ ਖੈਨ ਨਹੀਂ। ਅੰਦਰ ਜਦੋਂ ਦਿਸਦਾ ਹੈ ਨਾ ਪਿਆਰਿਓ ਫਿਰ ਅੰਦਰੋਂ ਅਰਦਾਸ ਨਿਕਲਦੀ, ਉਹ ਅਰਦਾਸ ਸਾਨੂੰ ਹੋਰ ਨੀਵਾਂ ਕਰਦੀ ਏ ਤੇ ਸਤਿਗੁਰੂ ਦਾ ਦਰ ਤਖਤ ਉੱਚੀ ਜਗ੍ਹਾ ਤੇ ਦਿਖਾਉਂਦੀ ਏ। ਫਿਰ ਆਲੇ ਦੁਆਲੇ ਨਹੀਂ ਧਿਆਨ ਜਾਏਗਾ ਭਈ ਲੋਕ ਕੀ ਕਰਦੇ ਨੇ, ਲੋਕ ਕੀ ਮੈਨੂੰ ਕਹਿੰਦੇ ਨੇ, ਜਾਂ ਲੋਕਾਂ ਦੇ ਪ੍ਰਤੀ ਮੈਂ ਕਿਵੇਂ ਸੱਚਾ ਸੁੱਚਾ ਬਣ ਕੇ ਰਹਿਣਾ। ਫਿਰ ਤੇ ਕਹਾਂਗੇ ਲੋਕਾਂ ਆਪੋ ਆਪਣੀ, ਮੈਂ ਆਪਣੀ ਭਈ, ਮੈਨੂੰ ਕੀ, ਮੈਨੂੰ ਤੇ ਆਪਣਾ ਵਕਤ ਪਿਆ ਆਏ, ਮੈਂ ਆਪਣੇ ਔਗਣ ਕਿਵੇਂ ਧੋਣੇ ਨੇ, ਮੈਂ ਕੀ ਕਰਾਂ ਕਿਸੇ ਦੂਸਰੇ ਨੂੰ ਭਈ ਲੋਕ ਮੇਰੇ ਪ੍ਰਤੀ ਕੀ ਸੋਚਦੇ ਨੇ ਜਾਂ ਕੀ ਨਹੀਂ ਸੋਚਦੇ, ਫਿਰ ਉਹਦੀ ਨਹੀਂ ਫਿਕਰ। ਫਿਰ ਸੁਰਤੀ ਪੂਰੀ ਦੀ ਪੂਰੀ ਜਦੋਂ ਔਗਣ ਦਿਸਣ ਮਹਾਰਾਜ ਵੱਲ ਜਾਂਦੀ ਏ, ਉਹਦੇ ਕੋਲ ਸੁਰਤੀ ਦੇ ਹੱਥ ਜੁੜਦੇ, ਇੱਕ ਤੇ ਹੱਥ ਜੁੜਦੇ ਨੇ ਨਾ, ਫਿਰ ਅੰਦਰੋਂ ਸੁਰਤੀ ਹੱਥ ਜੋੜਦੀ ਏ। ਫਿਰ ਇਹ ਅੱਖਾਂ ਨਹੀਂ, ਅੰਦਰਲੀਆਂ ਅੱਖਾਂ ਮਹਾਰਾਜ ਜੀ ਨੂੰ ਵੇਖਦੀਆਂ ਨੇ ਤੇ ਉਹਨਾਂ ਦਾ ਅੰਦਰ ਡਿੱਗਦਾ ਏ, ਤਰਲੇ ਕਰਦਾ ਏ, ਬੇਨਤੀਆਂ ਰੋਏਗਾ। ਗੁਰੂ ਕੇ ਪਿਆਰਿਓ, ਜਿਵੇਂ ਮਹਾਂਪੁਰਖਾਂ ਨੇ ਦੱਸੀਆਂ ਨਿਸ਼ਾਨੀਆਂ, ਜਦੋਂ ਇਹ ਹਾਲਤ ਬਣਦੀ ਏ ਫਿਰ ਅੰਦਰ ਘੜੀ ਮੁੜੀ ਬੈਰਾਗ ਆਉਂਦਾ ਹੈ। ਕਦੇ ਬਦੋ ਬਦੀ ਪਿਆਰਿਓ, ਕਦੇ ਵੇਖੀ ਤਾਂ ਜ਼ਿੰਦਗੀ ਦੇ ਇੰਨੇ ਸਾਲ ਲੰਘ ਗਏ, ਅਜੇ ਤੱਕ ਮੈਂ ਬਿਲਕੁਲ ਨਹੀਂ ਸਫ਼ਰ ਤੈਅ ਕਰ ਸਕਿਆ। ਹਰ ਚੀਜ਼ ਗੁਰੂ ਕੇ ਪਿਆਰਿਓ ਅੰਦਰ ਨੂੰ ਖਿਲਾ ਕੇ ਰੱਬ ਦੇ ਨੇੜੇ ਕਰੇਗੀ। ਸਤਿਗੁਰੂ ਜੀ ਦਾ ਹੁਕਮ ਹੈ ਫਿਰ ਨਿਕਲੇਗਾ ਗੁਰਮਤਿ ਸੁਣ, ਕਛ ਗਿਆਨ ਨਾ ਉਪਜਿਓ ਪਸ ਜਿਉ ਉਦਰ ਪਰੋ। ਪਹਿਲਾ ਤੇ ਸੀ ਨਾ ਵੀ ਮੈਨੂੰ ਗੁਰਮਤਿ ਆਪ ਨੂੰ ਬੜੀ ਆਉਂਦੀ, ਮੈਂ ਸੁਣੀ ਵੀ ਏ, ਮੇਰੇ ਕੋਲ ਕਿਹੜਾ ਗਿਆਨ ਘੱਟ ਏ। ਹੁਣ ਪਤਾ ਲੱਗਾ ਜਿਹਨੂੰ ਸਤਿਗੁਰੂ ਗਿਆਨ ਕਹਿੰਦੇ ਨੇ, ਉਹ ਗਿਆਨ ਤਾਂ ਮੇਰੇ ਕੋਲ ਅਜੇ ਅਨੁਭਵ ਹੋਇਆ ਹੀ ਨਹੀਂ। ਕਹਿੰਦੇ ਜਿਵੇਂ ਪਸ਼ੂ ਰੋਟੀ ਪਾਣੀ ਖਾ ਕੇ ਪਸ਼ੂ ਆਪਣਾ ਪੇਟ ਭਰ ਲੈਂਦਾ ਚਾਰੇ ਨਾਲ, ਮੈਂ ਵੀ ਰੋਟੀ ਪਾਣੀ ਖਾ ਕੇ ਪੇਟ ਭਰਿਆ। ਜਿਹੜਾ ਅੰਦਰੋਂ ਗਿਆਨ ਪੈਦਾ ਕਰਨਾ ਸੀ, ਰੱਬੀ ਗਿਆਨ, ਆਪਣੇ ਆਪੇ ਦਾ ਗਿਆਨ, ਉਹ ਗਿਆਨ ਜਿਹਦੇ ਵਿੱਚ ਪਰਮੇਸ਼ਰ ਜੀ ਨਜ਼ਰ ਆਉਂਦੇ, ਉਹ ਗਿਆਨ ਗੁਰੂ ਕੇ ਪਿਆਰੋ ਜਿਹਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਅੰਦਰੋਂ ਪ੍ਰਤੱਖ ਹੋ ਕੇ ਨਜ਼ਰ ਆਉਂਦੇ ਹਨ, ਉਹ ਗਿਆਨ ਨਹੀਂ ਆਇਆ। ਫਿਰ ਹੋਰ ਅੰਦਰ ਨੀਵਾਂ ਖੋਈ ਜਾਂਦਾ ਹੈ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖੋਂ ਪਤਤ ਤਰੋ,
ਸਿੱਟੇ ਦੀ ਗੱਲ ਇੱਥੇ ਸੁਰਤੀ ਪਜਾਏਗੀ। ਪਿਆਰਿਓ, ਕਿੰਨੀ ਪਿਆਰੀ ਜੀ ਬਾਤ ਏ। ਭਾਵੇਂ ਅਸੀਂ ਤੁਰਦੇ ਜਿੱਥੋਂ ਮਰਜ਼ੀ, ਜਦੋਂ ਤੁਰਾਂਗੇ ਉਦੋਂ ਆਪਣੇ ਗੁਣ ਨਜ਼ਰ ਆਉਂਦੇ ਤੇ ਔਗਣ ਦੂਸਰਿਆਂ ਦੇ। ਜਿਉਂ-ਜਿਉਂ ਸਾਡੀ ਸੁਰਤੀ ਸਤਿਗੁਰਾਂ ਦੀ ਮਿਹਰ ਨਾਲ ਅੰਦਰ ਜਾਏਗੀ, ਫਿਰ ਆਪਣੇ ਔਗਣ ਨਜ਼ਰ ਆਉਣਗੇ ਤੇ ਦੂਸਰਿਆਂ ਦੇ ਗੁਣ ਨਜ਼ਰ ਆਉਂਦੇ ਹਨ। ਹੌਲੀ ਹੌਲੀ ਇੱਥੋਂ ਤੱਕ ਸਤਿਗੁਰੂ ਕਹਿੰਦੇ ਗੱਲ ਪਹੁੰਚੇਗੀ ਵੀ ਰੱਬਾ, ਮੈਂ ਨਾ ਤੇ ਆਪਣੇ ਪਾਠ ਨਾਲ ਬਖਸ਼ੇ ਜਾਣਾ, ਨਾ ਮੈਂ ਸੇਵਾ ਨਾਲ, ਨਾ ਮੈਂ ਸਿਆਣਪਾਂ ਨਾਲ। ਮੈਨੂੰ ਇੱਕੋ ਚੀਜ਼ ਨਾਲ ਧੀਰਜ ਆਉਂਦੀ, ਹੌਸਲਾ ਆਉਂਦਾ ਏ ਵੀ ਤੁਹਾਡਾ ਸੁਭਾਅ ਬਖਸ਼ਿੰਦ, ਤੁਹਾਡੇ ਦਰ 'ਤੇ ਜਿਹੜਾ ਤੁਹਾਡਾ ਹੋ ਕੇ ਰਹਿ ਜਾਏ, ਤੈਨੂੰ ਤੇਰਿਆਂ ਦੀ ਲਾਜ ਏ। ਬਸ ਜਦੋਂ ਮੈਂ ਇਹ ਬੇਨਤੀ ਕਰਦਾ ਵਾਂ, ਹਾਂ ਮੈਂ ਪਤਤ, ਪਰ ਤੁਹਾਡੇ ਜਿਹੜਾ ਬਿਰਧ ਦਾ ਅਰਥ ਹੁੰਦਾ ਸੁਭਾਅ, ਬਖਸ਼ਿੰਦ ਸੁਭਾਅ ਹੈ ਨਾ, ਭਈ ਉਹਦੇ ਵੱਲ ਤੁਸੀਂ ਵੇਖਿਓ, ਮੇਰੇ ਔਗਣਾਂ ਵੱਲ ਨਾ ਵੇਖਿਓ। ਤੁਸੀਂ ਜਿਵੇਂ ਬਖਸ਼ ਦਿੰਦੇ ਹੋ ਕਿਰਪਾ ਕਰਕੇ, ਮੇਰੀ ਔਕਾਤ ਕੇਵਲ ਇੰਨੀ ਕੁ ਹੈ, ਮੈਂ ਤੇਰੇ ਦਰ 'ਤੇ ਡਿੱਗਾ ਵਾਂ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੈਂ ਤੇਰੇ ਦਰ ਦਾ ਸੇਵਾਦਾਰ ਹਾਂ, ਮੈਂ ਤੁਹਾਡੇ ਦਰ ਦਾ ਇਸ ਦਰ 'ਤੇ ਭਿਖਾਰੀ ਹਾਂ। ਦਾਤਾ ਮੈਨੂੰ ਕਿਰਪਾ ਕਰੀ, ਮੈਨੂੰ ਬਖਸ਼ ਲਵੀਂ। ਅੰਦਰੋਂ ਗੁਰੂ ਕੇ ਪਿਆਰਿਓ, ਇਹ ਬਿਲਕੁਲ ਅੰਦਰੋਂ ਡਿੱਗ ਪਵੇਗਾ। ਅੰਦਰ ਇੱਕ ਸ਼ਾਇਰ ਨੇ ਬੜਾ ਸੋਹਣਾ ਕਿਹਾ, ਕਹਿੰਦੇ जब लग ना थी अपने गुनाहों की खबर, देखते थे दुनिया के ऐबो हुनर। जब अपने गुनाहों पर पड़ी निगाह, जहान में कोई बुरा ना रहा। जफर आदमी उसको ना जानिएगा, हो वो कितना की आलम व फायदो सका, जिसे ऐश में याद खुदा ना रहा, और जिसे तैश में खुदा का खौफ ना रहा। बड़े प्यारे जे उन्हें बचन कहे ने, ਕਹਿੰਦੇ ਜਦੋਂ ਆਪਣੇ ਗੁਨਾਹਾਂ ਦੀ ਖਬਰ ਨਾ ਖੋਵੇ, ਉਦੋਂ ਦੁਨੀਆ ਦੇ ਵੇਖਦੇ ਸਾਂ ਵੀ ਐਬੋ ਹੁਨਰ, ਉਹ ਦੁਨੀਆ ਕੀ ਕਰਦੀ ਏ, ਸਾਰਾ ਧਿਆਨ ਹੀ ਦੁਨੀਆ ਵੱਲ, ਮੇਰੇ ਬਾਰੇ ਕੀ ਸੋਚਦੀ ਏ, ਉਹ ਕੀ ਕਰਦੇ ਹਨ। ਜਦੋਂ ਆਪਣੇ ਗੁਨਾਹਾਂ 'ਤੇ ਨਿਗਾਹ ਪਾਈ ਨਾ ਰੱਬ ਨੇ, ਤੇ ਫਿਰ ਦੁਨੀਆ ਵਿੱਚ ਕੋਈ ਬੁਰਾ ਰਿਹਾ ਹੀ ਨਹੀਂ। ਤੇ ਫਿਰ ਉਹ ਬੜਾ ਪਿਆਰਾ ਬਚਨ ਕਹਿ ਰਿਹਾ ਏ, ਕਹਿੰਦਾ ਹੈ ਵੀ ਉਸ ਬੰਦੇ ਨੂੰ ਸਿਆਣਾ ਨਾ ਕਹੋ ਜਦੋਂ ਰੱਬ ਨੇ ਸੁੱਖ ਦਿੱਤੇ ਹੋਣ ਤੇ ਉਦੋਂ ਖੁਦਾ ਨੂੰ ਚੇਤਾ ਨਾ ਕਰੇ। ਤੇ ਜੇਕਰ ਗੁਰੂ ਕੇ ਪਿਆਰਿਓ ਕੁਝ ਚੀਜ਼ਾਂ ਪਾਸੇ ਕਰ ਲਵੇ ਤੇ ਤੈਸ਼ ਵਿੱਚ ਆ ਕੇ ਖੁਦਾ ਦਾ ਡਰ ਨਾ ਰਵੇ, ਜੋ ਮਰਜ਼ੀ ਜ਼ੁਲਮ ਕਰੀ ਜਾਵੇ। ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਕੇ ਕਹਿੰਦੇ, ਬਾਹਰੋਂ ਗਰੀਬੀ ਤੋਂ ਸ਼ੁਰੂ ਕਰੋ, ਫਿਰ ਅੰਦਰੋਂ ਗਰੀਬੀ ਫੁੱਟੇਗੀ। ਗਿਆਨ ਰਤਨਾਵਲੀ ਦੇ ਅੰਦਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦੇ, ਨਿਮਰਤਾ ਇਸ ਤਰ੍ਹਾਂ ਜਿਵੇਂ ਫੁਹਾਰੇ ਦਾ ਜਲ ਹੈ, ਨੀਵਾਂ ਜਦੋਂ ਉਹ ਫੁਹਾਰਾ ਹੈ ਨੀਵਾਂ, ਓਨਾ ਹੀ ਉੱਚਾ ਜਾਂਦਾ ਹੈ। ਜਿੰਨਾ ਕਹਿੰਦੇ ਅੰਦਰੋਂ ਨੀਵੇਂ ਖੋ ਕੇ ਰਾਹ 'ਤੇ ਤੁਰੋਗੇ, ਸੁਰਤੀ ਓਨੀ ਉੱਚੀ ਜਾਏਗੀ। ਗੁਰੂ ਕੇ ਪਿਆਰਿਓ, ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਬੜੇ ਪਿਆਰੇ 3 ਬਚਨ ਕਹੇ ਨੇ ਇਹਦੇ ਸੰਬੰਧ ਦੇ ਅੰਦਰ। ਉਹ ਕਹਿੰਦੇ, ਜੇ ਵਾਹਿਗੁਰੂ ਦੀਆਂ ਖੁਸ਼ੀਆਂ ਲੈਣੀਆਂ ਤੇ ਸਭ ਅੱਗੇ ਨਿਵੋ, ਨਿਵਣਾ ਸਭ ਅੱਗੇ। ਕਦੇ ਅਹੰਕਾਰ ਵਿੱਚ ਨਾ ਬੋਲੋ ਜਾਂ ਕਿਸੇ ਨੂੰ ਵੇਖੋ, ਨਿਵਣਾ ਸਭ ਅੱਗੇ। ਦੂਜਾ ਗੁਣ ਖਿਮਾ ਕਰਨ ਦਾ ਗੁਣ ਰੱਖੋ, ਤੇ ਤੀਸਰਾ ਮਿੱਠਾ ਬੋਲਣਾ, ਤਾਂ ਕਿ ਕਿਸੇ ਦਾ ਦਿਲ ਨਾ ਦੁਖੇ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਬਾਬਾ ਫਰੀਦ ਸਾਹਿਬ ਦਾ ਬਚਨ ਨੇ, ਉਹ ਕਹਿੰਦੇ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਐਵੇਂ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਵੇਖਦੇ ਹਾਂ, ਆਪਣੇ ਵੱਲ ਵੇਖੀਏ, ਪਰ ਆਪਣੇ ਵੱਲ ਵੇਖ ਕੇ ਜਿਹੜੀ ਗਰੀਬੀ ਹੈ ਨਾ, ਸੱਚੀ ਹੋਵੇ, ਅੰਦਰੋਂ ਨਿਵਿਆ ਹੋਵੇ। ਕਈ ਵਾਰ ਗੁਰੂ ਕੇ ਪਿਆਰਿਓ, ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਇੱਕ ਬੱਚਾ ਨੇ, ਉਹ ਕਹਿੰਦੇ ਕਈ ਲੋਕ ਨਾ ਬਾਹਰੋਂ ਬੜਾ ਝੁਕਦੇ ਨੇ, ਹੱਥ ਜੋੜਨਗੇ, ਸ਼ਬਦ ਉਹਨਾਂ ਕੋਲ ਨਿਮਰਤਾ ਵਾਲੇ ਹੋਣਗੇ, ਪਰ ਅੰਦਰ ਨਿਮਰਤਾ ਤੇ ਗਰੀਬੀ ਨਹੀਂ ਹੁੰਦੀ, ਉਹਦੇ ਨਾਲ ਅੰਦਰੋਂ ਅਰਦਾਸ ਨਹੀਂ ਫੁੱਟਣੀ ਤੇ ਨਾ ਵਾਹਿਗੁਰੂ ਜੀ ਨੇ ਬਖਸ਼ਣਾ ਹੈ। ਉਹਨਾਂ ਦੇ ਬੜੇ ਪਿਆਰੇ ਬਚਨ ਨੇ। ਉਹ ਕਹਿੰਦੇ, ਦੇਖੋ ਜਿਹੜਾ ਤੋਪਚੀ ਤੋਪ ਚਲਾਉਂਦਾ, ਸਿਰ ਤਾਂ ਉਹ ਵੀ ਨਿਵਾ ਰਿਹਾ ਹੈ। ਜੇ ਅਸੀਂ ਬਾਹਰੋਂ ਨਿਵ ਰਹੇ ਹਾਂ ਸਤਿਗੁਰੂ ਜੀ ਦੇ ਅੱਗੇ, ਅੰਦਰ ਨਹੀਂ ਨਿਵਿਆ, ਤੇ ਜਿਵੇਂ ਤੋਪਚੀ ਸਿਰ ਨਿਵਾ ਰਿਹਾ ਹੈ, ਸਾਡੀ ਹਾਲਤ ਉਹ ਹੀ ਹੈ। ਕੋਈ ਰੋਗੀ ਹੈ, ਉਹਨੇ ਵੀ ਸਿਰ ਸੁੱਟਿਆ ਹੈ, ਅਸੀਂ ਵੀ ਸਿਰ ਹੀ ਥੱਲੇ ਸੁੱਟਿਆ ਨਾ। ਜੇ ਅੰਦਰ ਭਾਵਨਾ ਨਹੀਂ ਤਾਂ ਮਹਾਰਾਜ ਜੀ ਦੇ ਸਾਹਮਣੇ ਕਹਿੰਦੇ, ਜਿਹੜਾ ਪਹਿਲਵਾਨ ਅਖਾੜੇ 'ਚ ਜਾਂਦਾ,
ਉਹ ਡੰਡ ਬੈਠਕਾਂ ਮਾਰਦਾ ਥੱਲੇ ਲੰਮਾ ਪੈ ਕੇ, ਉਹ ਝੁਕਿਆ ਏ ਪਰ ਉਹਦੇ ਅੰਦਰ ਕੋਈ ਸ਼ਰਧਾ ਭਾਵਨਾ ਨਹੀਂ, ਉਹ ਤਾਂ ਡੰਡ ਬੈਠਕਾਂ ਮਾਰ ਰਿਹਾ। ਕਹਿਣ ਲੱਗੇ ਕੋਈ ਪੋਸਤ ਪੀ ਕੇ ਸਿਰ ਤਾਂ ਉਹਦਾ ਵੀ ਨਿਵਿਆ ਰਹਿੰਦਾ, ਰੋਗੀ ਦਾ ਨਿਵਿਆ ਰਹਿੰਦਾ। ਕਹਿੰਦੇ ਜੇ ਸਾਡੇ ਅੰਦਰ ਵਿਕਾਰ ਉਸੇ ਤਰ੍ਹਾਂ ਅਹੰਕਾਰ ਬੈਠਾ ਏ, ਬਾਹਰੋਂ ਸਿਰ ਨਿਵਾਨ ਉਹ ਸਤਿਗੁਰੂ ਨੂੰ, ਸੰਗਤ ਨੂੰ, ਪਬਲਿਕ ਦੇ ਸਾਹਮਣੇ ਉਹਦਾ ਕੋਈ ਲਾਭ ਨਹੀਂ। ਬੜੇ ਪਿਆਰੇ ਜਿਹੇ ਬਚਨ ਨੇ। ਹਜ਼ੂਰ ਕਹਿੰਦੇ ਸਜਦੇ ਕਰੇ ਅਨੇਕ ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤੈ ਸੀਸ ਕੋ, ਕਹਾਂ ਪਇਓ ਮਲ ਜੋ ਪੈ ਕਾੜਤ ਅਨੇਕ ਡੰਡ, ਸੋ ਤੋ ਨਾ ਡੰਡੋਤ ਅਸ ਢਾਂਗ ਅਛ ਤੀਸ ਕੋ, ਕਹਾਂ ਪਇਓ ਰੋਗੀ ਜੋ ਪੈ ਡਾਰਿਓ ਰਹਿਓ ਉਰਦ ਮੁਖ, ਮਨ ਤੇ ਨ ਮੂੰਡ ਨਿਹਾਰਿਓ ਆਦ ਈਸ ਕੋ, ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਭਾਵਨਾ ਬਖੀਨ ਕੈਸੇ ਪਾਵੇ ਜਗਦੀਸ਼ ਕੋ। ਕਹਿੰਦੇ ਜੇ ਅੰਦਰ ਭਾਵਨਾ ਨਹੀਂ, ਅੰਦਰ ਨਹੀਂ ਨਿਵਿਆ ਤੇ ਬਾਹਰੋਂ ਜਿਹੜੀ ਨਿਮਰਤਾ ਨੇ ਕੁਝ ਨਹੀਂ ਕਰਨਾ। ਸਤ ਸੰਗਿਓ, ਆਓ ਆਪਾਂ ਰਲ ਮਿਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਇਹ ਬਚਨ ਹਿਰਦੇ ਵਿੱਚ ਵਸਾਈਏ। ਦਿਖਾਵੇ ਨਾਲ ਨਾ ਸਿਰ ਝੁਕੇ, ਅੰਦਰੋਂ ਝੁਕੇ। ਧੰਨ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਜਿੱਥੇ ਸਿਮਲ ਦੀ ਉਦਾਹਰਨ ਦਿੰਦੇ ਨੇ ਨਾ, ਉੱਥੇ ਇਸ ਬਚਨ ਨੂੰ ਵੀ ਕਹਿੰਦੇ ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ। ਇੱਕ ਹੁੰਦਾ ਆਪਣੀ ਸਵਾਰਥ ਲਈ ਝੁਕਣਾ, ਕਿਸੇ ਕੋਲੋਂ ਕੰਮ ਲੈਣਾ ਝੁੱਕ ਕੇ ਲੈ ਲਿਆ। ਕਹਿੰਦੇ ਨਹੀਂ, ਤਰ ਤਰਾਜੂ ਤੋਲੀਏ ਨਿਵੇਂ ਸੁਗੌਰਾ ਖੋਏ, ਤੱਕੜੀ 'ਚ ਤੋਲੀਏ ਜਿਹੜਾ ਪਾਸਾ ਪਲੜਾ ਭਾਰਾ ਹੋਵੇ ਨਾ ਨੀਵੇਂ, ਉਹਦੀ ਕੀਮਤ ਜ਼ਿਆਦਾ ਹੁੰਦੀ। ਕਹਿੰਦੇ ਤੁਸੀਂ ਅੰਦਰੋਂ ਸ਼ੁਭ ਗੁਣਾਂ ਨਾਲ ਭਰ ਜਾਓ ਵੀ ਤੁਹਾਡਾ ਅੰਦਰ ਨਿਮ ਜਾਏ। ਜਿਵੇਂ ਦਰਖਤ ਨੂੰ ਫਲ ਲੱਗ ਜਾਣ, ਉਹ ਝੁਕਦਾ ਹੈ, ਫਲ ਲਾ ਕੇ ਅੰਦਰ ਝੁਕੇ। ਫਲਾਂ ਤੋਂ ਬਗੈਰ ਤੇ ਹਵਾ ਨਾਲ ਘੜੀ ਪਲ ਝੁਕਿਆ ਵੀ, ਹਵਾ ਗਈ ਤੇ ਫਿਰ ਦਰਖਤ ਦੀਆਂ ਟਾਹਣੀਆਂ ਉੱਪਰ। ਸਤਿਗੁਰੂ ਤੈਥੋਂ ਤੱਕ ਕਹਿੰਦੇ ਅਪਰਾਧੀ ਦੂਣਾ ਨੀਵੈ ਜੋ ਖੰਤਾ ਮਿਰਗਾਏ। ਮਿਰਗ ਮਾਰਨ ਵਾਲੇ ਬੜਾ ਨੀਵਾਂ ਹੋ ਕੇ ਦੂਣਾ ਨਿਮਦੇ ਨੇ। ਕਹਿੰਦੇ ਸੀਸ ਨਿਵਾਇਆ ਕਿਆ ਥੀਏ ਜਾ ਹਿਰਦੈ ਕੁਸੁੱਧੇ ਜਾਏ। ਕੱਲਾ ਸਿਰ ਨਿਵਾਣ ਨਾਲ ਕੁਛ ਨਹੀਂ ਹੋਣਾ ਜੇ ਅੰਦਰ ਪਾਪ ਨੇ। ਤੋ ਆਓ ਪਿਆਰਿਓ, ਸਤਿਗੁਰੂ ਦੇ ਸਾਹਮਣੇ ਨਿਮਰਤਾ, ਗਰੀਬੀ ਅੰਦਰੋਂ ਹੋਵੇ, ਸੰਗਤ ਦੇ ਸਾਹਮਣੇ, ਦੁਨੀਆ ਦੇ ਸਾਹਮਣੇ। ਪਰ ਜਦੋਂ ਸੱਚਮੁੱਚ ਅਭਿਆਸ ਕਰਾਂਗੇ ਫਿਰ ਅੰਦਰ ਹੋਰ ਇੱਕ ਪਾਸੇ ਉਹਦੀ ਬਖਸ਼ਿਸ਼ ਦੇ ਫਲ ਲੱਗਣਗੇ, ਦੂਜੇ ਪਾਸੇ ਸਾਧ ਸੰਗਤ, ਅੰਦਰ ਗਰੀਬੀ ਵਾਲੀ ਹਾਲਤ ਹੋਏਗੀ, ਨਿਮਰਤਾ ਹੋਏਗੀ। ਇਤਿਹਾਸ ਨਹੀਂ, ਫਿਰ ਖੁਦ ਬ ਖੁਦ ਸਾਡਾ ਅੰਦਰ ਉਹਨਾਂ ਸ਼ੁਭ ਗੁਣਾਂ ਨਾਲ ਭਰੇਗਾ। ਆਖੇਗਾ ਕਿ ਦਾਤਾ ਕਹੋ ਨਾਨਕ ਪ੍ਰਭ ਬਿਰਧ ਪਛਾਨੋ। ਮੈਂ ਨਹੀਂ ਬਖਸ਼ੇ ਜਾਣਾ, ਤੁਸੀਂ ਆ ਬਖਸ਼ਿਸ਼ ਵਾਲੇ ਸੁਭਾਅ ਨਾਲ ਮੈਨੂੰ ਬਖਸ਼ ਲਵੋ। ਤਬ ਖੋਂ ਪਤਤ ਤਰੂੰ, ਮੈਂ ਤਾਂ ਤਰ ਸਕਦਾ ਵਾਂ। ਤੁਹਾਡੀ ਰਹਿਮਤ ਨੇ ਤਾਰਨਾ ਹੈ, ਮੇਰੀ ਮਿਹਨਤ ਨੇ ਨਹੀਂ। ਤੁਸੀਂ ਆਪ ਕਿਰਪਾ ਕਰੋ। ਸਤਿਗੁਰੂ ਕੇ ਪਿਆਰਿਓ, ਆਓ ਆਪਾਂ ਵੀ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਅੰਦਰ ਥਾਂ ਦਈਏ ਤੇ ਇਸ ਗੁਣ ਨੂੰ ਧਾਰਨ ਕਰੀਏ। ਸਾਡਾ ਅੰਦਰ ਹੋਵੇ ਗਰੀਬੀ ਗਦਾ ਖਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਇਹ ਪੂਰੇ ਗੁਰੂ ਦਾ ਬਚਨ ਹੈ। ਨਿਮਰਤਾ ਏਡਾ ਵੱਡਾ ਹਥਿਆਰ ਹੈ, ਇਹਦੇ ਸਾਹਮਣੇ ਕੋਈ ਵੀ ਦੁਸ਼ਮਣ ਨਹੀਂ ਟਿਕ ਸਕਦਾ। ਵੱਡੇ ਤੋਂ ਵੱਡਾ ਜਿਹੜਾ ਅੰਦਰ ਬੈਠਾ ਹੈ, ਸਭ ਪਾਸੇ ਖਟ ਜਾਣਗੇ। ਸਤਿਗੁਰੂ ਮਿਹਰਾਂ ਕਰਨ, ਆਪ ਵੀ ਸਾਨੂੰ ਗਰੀਬੀ, ਨਿਮਰਤਾ, ਖਲੀਮੀ ਦੇਣ। ਜੋ ਰੋਜ਼ ਮੰਗਦੇ ਹਾਂ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਉਹ ਸਾਨੂੰ ਦਾਤ ਮਿਲੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।